ਉਸ ਦੌਰ ਦੇ ਵਿੱਚ ਇੱਕ ਗੱਲ ਚੱਲਦੀ ਸੀ ਕਿ ਜੇ ਰਾਜ ਫੁੱਲਾਂ ਨਾਲ ਮਿਲਦਾ ਹੈ ਤਾਂ ਬਾਰਡਰਾਂ ਤੇ ਗੁਲਾਬ ਦੇ ਫੁੱਲਾਂ ਦੀ ਖੇਤੀ ਕਰਾ ਦੇ। ਪਰੰਤੂ ਉਹ ਫਲਸਫਾ ਜੋ ਅਨੰਦਪੁਰ ਸਾਹਿਬ ਦਾ ਮਤਾ ਸੀ ਕਿ ਉਸ ਦੇ ਉੱਤੇ ਅੱਜ ਵੀ ਜੋ ਸਿੱਖ ਸਮਾਜ ਦੀ ਜੋ ਰਾਜਨੀਤੀ ਹੈ ਉਹ ਕਿਤੇ ਨਾ ਕਿਤੇ ਖਰੀ ਨਹੀਂ ਉਤਰ ਰਹੀ। ਹੁਣ ਇਸ ਮਾਡਰਨ ਨੂੰ ਜੇ ਤੇ ਅਸੀਂ ਸੀਰੀਅਸ ਪੋਲੀਟੀਕਲ ਐਨਾਲਿਸਿਸ ਸਿੱਖ ਮੂਵਮੈਂਟ ਦਾ ਕਰਨਾ ਪੋਲਿਟਿਕਸ ਦੇ ਤੌਰ ਤੇ, ਭਾਵੇਂ ਉਹ ਖਾਲਿਸਤਾਨ ਦੀ ਹੋਵੇ, ਭਾਵੇਂ ਸਿੱਖਾਂ ਦੇ ਨਾਲ ਹੋ ਰਹੇ ਕੇਂਦਰ ਤੋਂ ਵਿਤਕਰੇ ਦੀ ਹੋਵੇ, ਭਾਵੇਂ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਜੂਨ 84 ਤੇ ਚੜ੍ਹਾਈਆਂ ਫੌਜਾਂ ਦੇ ਹਮਲੇ ਦੇ ਰੋਸ ਦੀ ਗੱਲ ਹੋਵੇ। ਸਵਾਲ ਇਹ ਹੈ ਕਿ ਉਹ ਪਲੇਨ ਦਾ ਸਾਰੇ ਸਵਾਰੀਆਂ ਦਾ ਖਤਮ ਕਰ ਦੇਣਾ ਕਿ ਉਹ ਸਿੱਖੀ ਦੇ ਸਿੱਖ ਮੂਵਮੈਂਟ ਦੇ ਸਿੱਖ ਸੈਂਟੀਮੈਂਟ ਦੇ ਜੋ ਸਿੱਖ ਪੋਲਿਟਿਕਸ ਸੀ ਉਦੋਂ ਚੱਲ ਰਹੀ ਉਹਦੇ ਹਿੱਤ ਵਿੱਚ ਸੀ ਕਿ ਵਿਰੋਧ ਵਿੱਚ ਸੀ। ਸਤਿ ਸ਼੍ਰੀ ਅਕਾਲ, ਪੰਜਾਬ ਟੁਡੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ, ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਚਰਚੇ ਦੇ ਵਿੱਚ ਰਿਹਾ ਰਿਪੁਦਮਨ ਸਿੰਘ ਮਲਿਕ, ਜਿਸ ਦਾ ਅੱਜ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਗਿਆ। ਹਾਲਾਂਕਿ ਰਿਪੁਦਮਨ ਸਿੰਘ ਮਲਿਕ ਦਾ ਨਾਂ ਉਦੋਂ ਸੁਰਖੀਆਂ ਦੇ ਵਿੱਚ ਆਉਂਦਾ ਹੈ ਜਦੋਂ 1985 ਦੇ ਵਿੱਚ 에ਅਰ ਇੰਡੀਆ ਦੇ ਬੰਬ ਕਾਂਡ ਦੇ ਨਾਲ ਉਹਨਾਂ ਦਾ ਨਾਂ ਜੁੜਦਾ। ਉਸ ਤੋਂ ਬਾਅਦ ਉਹ ਕੈਨੇਡਾ ਚਲੇ ਜਾਂਦੇ ਨੇ ਤਾਂ ਕੈਨੇਡਾ ਦੇ ਵਿੱਚ 2005 ਦੇ ਵਿੱਚ ਉਹ ਬਰੀ ਵੀ ਹੋ ਜਾਂਦੇ ਨੇ, ਪਰ ਉਹਨਾਂ ਦਾ ਜੋ ਨਾਂ ਸੀ ਉਹ 에ਅਰ ਇੰਡੀਆ ਦੇ ਬੰਬ ਕਾਂਡ ਦੇ ਨਾਲ ਜੁੜਿਆ ਹੋਇਆ, ਜਿਸ ਦੇ ਨਾਲ ਪੰਜਾਬ ਦੇ ਵਿੱਚ ਵੀ ਕਾਫੀ ਜ਼ਿਆਦਾ ਗਰਮ ਮਾਹੌਲ ਰਿਹਾ। ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰੋਫੈਸਰ ਮਨਜੀਤ ਜੀ ਨੇ। ਉਹਨਾਂ ਤੋਂ ਜਾਣਾਂਗੇ ਕਿ ਰਿਪੁਦਮਨ ਸਿੰਘ ਮਲਿਕ ਦਾ ਨਾਂ ਕਦੋਂ ਸੁਰਖੀਆਂ ਦੇ ਵਿੱਚ ਆਉਂਦਾ ਹੈ ਤੇ ਕਦੋਂ ਉਹ ਗਰਮ ਖਿਆਲੀਆਂ ਦੇ ਆੜ ਦੇ ਵਿੱਚ ਆਉਂਦੇ ਨੇ, ਕਦੋਂ ਉਹਨਾਂ ਦੇ ਵੱਲੋਂ ਇਹ ਐਕਟੀਵਿਟੀ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ। ਬਹੁਤ-ਬਹੁਤ ਧੰਨਵਾਦ ਚੰਨੀ ਜੀ। ਪ੍ਰੋਫੈਸਰ ਸਾਹਿਬ, ਸਭ ਤੋਂ ਵੱਡੀ ਗੱਲ ਹੈ ਰਿਪੁਦਮਨ ਸਿੰਘ ਮਲਿਕ। ਰਿਪੁਦਮਨ ਸਿੰਘ ਮਲਿਕ ਦਾ ਨਾਂ ਕਿਹਾ ਜਾਂਦਾ ਹੈ ਕਿ ਸੁਰਖੀਆਂ ਦੇ ਵਿੱਚ ਉਦੋਂ ਆਉਂਦਾ ਹੈ ਜਦੋਂ 1985 ਦੇ ਵਿੱਚ ਬੰਬ ਕਾਂਡ ਹੁੰਦਾ ਹੈ। ਉਸ ਬੰਬ ਕਾਂਡ ਦੇ ਨਾਲ ਆਖਰ ਤਲੁਕਾਤ ਕੀ ਰਿਹਾ? ਰਿਪੁਦਮਨ ਸਿੰਘ ਮਲਿਕ ਦਾ ਫਿਰ ਮਰਡਰ ਹੋ ਜਾਂਦਾ ਹੈ ਅੱਜ ਕੈਨੇਡਾ ਦੇ ਵਿੱਚ। ਹਾਲਾਂਕਿ ਉਹ ਸਿੱਖ ਇਤਿਹਾਸ ਦੇ ਪ੍ਰਤੀ ਕਾਫੀ ਜ਼ਿਆਦਾ ਸੁਚੇਤ ਦੱਸੇ ਜਾ ਰਹੇ ਸੀ, ਉਹਨਾਂ ਦੇ ਵੱਲੋਂ ਸਕੂਲ ਵੀ ਉੱਥੇ ਚਲਾਏ ਜਾ ਰਹੇ ਸੀ। ਆਖਰ ਰਿਪੁਦਮਨ ਸਿੰਘ ਮਲਿਕ ਜੇ ਖਾਸ ਕਰਕੇ ਦੇਖਿਆ ਜਾਵੇ ਕਿ ਉਹਨਾਂ ਦੌਰ ਦੇ ਵਿੱਚ ਕਦੋਂ ਸੁਰਖੀਆਂ ਦੇ ਵਿੱਚ ਆਉਂਦੇ ਨੇ? ਅਸਲੀਅਤ ਇਹ ਹੈ ਕਿ ਇਹੋ ਜਿਹੇ ਜਿਹੜੇ ਹਾਈ ਪ੍ਰੋਫਾਈਲ ਮਰਡਰ ਹੁੰਦੇ ਆ, ਕਤਲ ਹੁੰਦੇ ਆ ਜੀ, ਉਹ ਬੜੇ ਪਲਾਨ ਢੰਗ ਦੇ ਨਾਲ ਹੁੰਦੇ। ਚੰਨੀ ਜੀ, ਤੁਹਾਨੂੰ ਯਾਦ ਹੈ ਕਿ 20 ਸਾਲ ਪਹਿਲਾਂ ਇੱਕ ਉੱਥੇ ਜਰਨਲਿਸਟ ਸੀ ਹਿਆ, ਉਹਨਾਂ ਦੀ ਡੈਥ ਕੀਤੀ ਗਈ, ਇਸ ਤਰ੍ਹਾਂ ਹੀ ਮਰਡਰ ਹੋਇਆ। ਉਹ ਅੱਜ ਤੱਕ 20 ਸਾਲਾਂ 'ਚ ਪਤਾ ਹੀ ਨਹੀਂ ਲੱਗਾ, ਉਗ ਸੁਗ ਨਹੀਂ ਪਤਾ ਲੱਗੀ ਵੀ ਉਹ ਕਿਹਨੇ ਮਰਡਰ ਕੀਤਾ। ਹੁਣ ਇਸ ਮਰਡਰ ਦੇ ਵਿੱਚ ਵੀ ਜਿਵੇਂ ਦੱਸਿਆ ਜਾਂਦਾ ਕਿ ਉਹ ਦਫ਼ਤਰ ਤੋਂ ਨਿਕਲ ਕੇ ਹੀ ਆ ਰਹੇ ਸੀਗੇ, ਉੱਥੇ ਅਚਾਨਕ ਹਮਲਾ ਕਰਕੇ ਉਹ ਮਰਡਰ ਕਰਤਾ ਔਰ ਬੰਦਿਆਂ ਨੇ ਮਾਸਕ ਪਹਿਨੇ ਹੋਏ ਸੀਗੇ, ਉਹ ਉਹਨਾਂ ਦੇ ਪਤਾ ਆ ਸਾਰੀ ਜਗ੍ਹਾ, ਉੱਥੇ ਤੇ ਜਗ੍ਹਾ ਜਗ੍ਹਾ ਕੈਮਰੇ ਲੱਗੇ ਹੋਏ ਆ। ਉਹਨਾਂ ਤੋਂ ਬਚਣ ਲਈ ਥੋੜ੍ਹੀ ਦੂਰ ਜਾ ਕੇ ਸੁਣਨ 'ਚ ਆਇਆ ਕਿ ਉਹਨਾਂ ਨੇ ਕਾਰ ਨੂੰ ਵੀ ਅੱਗ ਲਾਤੀ ਤਾਂ ਕਿ ਕੋਈ ਵੀ ਖੁਰਾ ਖੋਜ ਉਸ ਮਰਡਰ ਦਾ ਨਾ ਰਹੇ। ਹੁਣ ਇਹ ਵੀ ਤੁਹਾਡੇ ਗੱਲ ਸੋਚਣ ਵਾਲੀ ਹੈ ਕਿ ਜਦੋਂ 23 ਜੂਨ 1985 ਨੂੰ ਜਾਣੀ 6 ਜੂਨ 1984 ਤੋਂ ਤਕਰੀਬਨ 1 ਸਾਲ ਬਾਅਦ ਬਣਦਾ ਆ, ਤਾਂ ਉਦੋਂ ਇਹ ਜਦੋਂ ਕਨਿਸ਼ਕਾ ਸਾਰਾ ਇੱਕ ਏਅਰਲਾਈਨ ਸਾਡੇ ਬੋਇੰਗ ਦਾ ਹੈਗਾ, ਉਸ ਦਾ ਮੇਰਾ ਖਿਆਲ ਹੈ ਕਿ ਇੰਗਲੈਂਡ ਦੇ ਆਸ-ਪਾਸ, ਆਇਰਲੈਂਡ ਦੇ ਆਸ-ਪਾਸ ਦੇ ਪਾਣੀਆਂ 'ਚ ਬੰਬ ਚੱਲ ਕੇ, ਜਿਹੜਾ ਕਿ ਬਾਕਸ ਦੇ ਵਿੱਚ ਉਹਦੇ 'ਚ ਰੱਖਿਆ ਗਿਆ ਸੀ, ਬੰਬ ਸਮਾਨ ਦੇ ਅੰਦਰ, ਲਗੇਜ ਦੇ ਅੰਦਰ ਰੱਖਿਆ ਗਿਆ ਸੀਗਾ। ਉਸ ਬੰਬ ਦੇ ਚੱਲਣ ਕਰਕੇ 329 ਯਾਤਰੀ ਸਾਰੇ ਦੇ ਸਾਰੇ ਖਤਮ ਹੋ ਜਾਂਦੇ ਸਮੁੰਦਰ 'ਚ, ਕਿਉਂਕਿ ਬਲਾਸਟ ਹੋ ਗਿਆ, ਬਚਣਾ ਉੱਥੇ ਕਹਿੰਦੇ। ਇਸ ਲਈ ਇਹਦੇ ਹੁਣ ਰੈਪਰਕਸ਼ਨ ਕਿਵੇਂ ਸਮਝੋਗੇ, ਕੀ ਹੁੰਦਾ? ਕੀ ਇਹ ਸਿੱਖ, ਜੇ ਉਹ ਸਿੱਖ ਹੈਗੇ ਆ ਅਤੇ ਕੀ ਉਹ ਐਡੇ ਵੱਡੇ ਪਲੇਨ ਦਾ ਜਾਂ 329 ਬੰਦਿਆਂ ਦਾ ਖਤਮ ਕਰ ਦੇਣਾ, ਉਹਨਾਂ ਦਾ ਮਰਡਰ ਕਰ ਦੇਣਾ, ਉਹ ਸਾਰੇ ਦੇ ਸਾਰੀਆਂ ਧਾਰਾ, ਉਹ ਸਾਰੇ ਮਰਡਰ ਇਹਨਾਂ 'ਤੇ ਕੇਸ ਪਏ ਵੀ। 2 ਇਹਨਾਂ ਦੇ ਹੋਰ ਸਾਥੀ, ਇੱਕ ਰਿਆਤ ਇੱਕ ਹੋਰ ਸੀਗੇ। ਬਾਅਦ ਵਿੱਚ ਰਿਆਤ ਨੇ ਗਵਾਹੀ ਤੋਂ ਮਤਲਬ ਜਿਸ ਤਰ੍ਹਾਂ ਮੁੱਕਰ ਗਏ ਵੀ ਮੈਂ ਪਛਾਣਦਾ ਨਹੀਂ, ਮੈਨੂੰ ਭੁੱਲ ਗਿਆ ਇਹ, ਅਤੇ ਇਸ ਕਰਕੇ ਇਹ ਬਰੀ ਵੀ ਹੋ ਗਏ। ਮੇਰਾ ਕਿ 4 ਸਾਲ ਮਲਿਕ ਜੇਲ੍ਹ 'ਚ ਰਹਿਣ ਤੋਂ ਬਾਅਦ ਬਰੀ ਹੋ ਗਏ। ਸਵਾਲ ਇਹ ਹੈ ਕਿ ਉਹ ਪਲੇਨ ਦਾ ਸਾਰੇ ਸਵਾਰੀਆਂ ਦਾ ਖਤਮ ਕਰ ਦੇਣਾ ਕਿ ਉਹ ਸਿੱਖੀ ਦੇ ਸਿੱਖ ਮੂਵਮੈਂਟ ਦੇ ਸਿੱਖ ਸੈਂਟੀਮੈਂਟ ਦੇ ਜੋ ਸਿੱਖ ਪੋਲਿਟਿਕਸ ਸੀ ਉਦੋਂ ਚੱਲ ਰਹੀ ਉਹਦੇ ਹਿੱਤ ਵਿੱਚ ਸੀ ਕਿ ਵਿਰੋਧ ਵਿੱਚ ਸੀ। ਮੈਨੂੰ ਐਂ ਲੱਗਦਾ ਕਿ ਉਹਦੇ ਨਾਲ ਸਿੱਖ ਜਿਹੜੇ, ਕੋਈ ਤਾਂ ਲੋਕ ਇਹੋ ਜਿਹੇ ਖੁਸ਼ ਵੀ ਹੋ ਸਕਦੇ ਆ ਕਿ ਅਸੀਂ ਕਿੱਡੇ ਤਕੜੇ ਹਾਂ, ਅਸੀਂ ਐਡਾ ਵੱਡਾ ਐਕਸ਼ਨ ਕਰਤਾ, ਅਸੀਂ ਬੜੀਆਂ ਬੜੀਆਂ ਲੋਕਾਂ ਦੀਆਂ ਸਿਕਿਉਰਿਟੀ ਬਰੀਚ ਕਰ ਸਕਦੇ ਹਾਂ, ਇੰਨੇ ਬਹਾਦਰ। ਪਰ ਉਹਦੀ ਦੂਜੀ ਸਾਈਡ ਵੀ ਹੈ ਕਿ ਸਿੱਖਾਂ ਦਾ ਜਨਰਲੀ ਸਾਰੀ ਦੁਨੀਆ ਦੇ ਵਿੱਚ
ਪਰਸਣਾ ਹੋਈ ਕਿ ਨਿਹੱਥੇ ਬਿਆਸਰੇ ਉਸ ਮਤਲਬ ਇੱਕ ਹਵਾ ਚੁੱਟ ਰਿਹਾ ਜਹਾਜ਼ 31,000 ਫੁੱਟ ਦੇ ਉੱਤੇ ਜਿੰਨਾ ਵੀ ਹੈਗਾ ਬੜਾ ਉੱਚਾ 10 ਕਿਲੋਮੀਟਰ ਤਕਰੀਬਨ ਬਣ ਜਾਂਦਾ, ਉੱਥੇ ਤੁਸੀਂ ਇਹ ਕਰਦੇ ਆ, ਕੌਣ ਤੁਹਾਨੂੰ ਚੰਗਾ ਕਹੂਗਾ? ਇਹ ਗੱਲਾਂ ਸਾਰੀਆਂ ਗਹਿਰੀ ਤਹਿਕੀਕਾਤ ਮੰਗਦੀਆਂ ਆ। ਹੁਣ ਉਹ ਕਹਿੰਦੇ 3-4 ਸਾਲ ਪਹਿਲਾਂ ਵੀ ਆ ਕੇ ਗਏ, ਹੁਣ ਵੀ ਆ, ਉਹਨਾਂ ਨੇ ਮੋਦੀ ਜੀ ਦੇ ਹੱਕ 'ਚ ਵੀ ਇੱਕ ਚਿੱਠੀ ਲਿਖੀ। ਹੁਣ ਇਹ ਦੋਵਾਂ ਗੱਲਾਂ ਨੂੰ ਜੋੜ ਕੇ ਦੇਖੋ ਇਹ ਗੱਲ ਕਿੱਧਰ ਨੂੰ ਜਾਂਦੀ ਹੈ। ਜਦੋਂ ਮੋਦੀ ਸਰਕਾਰ ਆਉਂਦੀ ਹੈ, ਇੰਡੀਆ ਦੇ ਉੱਤੇ ਸਥਾਪਿਤ ਹੁੰਦੀ ਹੈ, ਉਦੋਂ ਇੱਕ ਕਾਲੀ ਸੂਚੀ ਸੀ ਜਿਸ ਦੇ ਵਿੱਚ ਰਿਪਨਦੀਪਨ ਸਿੰਘ ਮਲਿਕ ਦਾ ਨਾਂ ਵੀ ਸ਼ਾਮਲ ਸੀ। ਦੱਸਿਆ ਜਾਂਦਾ ਹੈ ਕਿ ਉਸ ਸੂਚੀ ਦੇ ਵਿੱਚੋਂ ਜਦੋਂ ਉਹਨਾਂ ਦਾ ਨਾਂ ਹਟਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਨਰਿੰਦਰ ਮੋਦੀ ਦੀ ਸ਼ਲਾਘਾ ਵੀ ਕੀਤੀ ਗਈ ਤੇ ਉਹਨਾਂ ਵੱਲੋਂ ਇਸ ਗੱਲ ਦੀ ਸਵਾਗਤ ਤੌਰ ਤੇ ਵੀ ਇਹ ਗੱਲ ਨੂੰ ਰੱਖਿਆ ਗਿਆ। ਪਰੰਤੂ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਇਹ ਬੰਬ ਕਾਂਡ ਵਾਪਰਦਾ ਹੈ, ਆਖਰ ਇਸ ਦੇ ਪਿੱਛੇ ਮਨਸਾ ਕੀ ਸੀ, ਕੀ ਕਾਰਨ ਸੀ, ਉਹਨਾਂ ਦੌਰਾਂ ਦੇ ਵਿੱਚ ਅਸਲ ਚੱਲ ਕੀ ਰਿਹਾ ਸੀ, ਪੰਜਾਬ ਦੀ ਜਿਹੜੀ ਰਾਜਨੀਤਿਕ ਸੀ ਉਹ ਸਿਆਸੀ ਧਿਰ ਦੇ ਵਿੱਚ ਕੀ ਸੀ, ਜਾਂ ਧਾਰਮਿਕ ਤੌਰ ਤੇ ਕੀ ਕੁਝ ਚੱਲ ਰਿਹਾ ਸੀ, ਉਹ ਪੰਜਾਬ ਨੂੰ ਕਿਤੇ ਨਾ ਕਿਤੇ ਕੁਝ ਡੈਮੇਜ ਕਰਨ ਵਾਲੀ ਗੱਲ ਸੀ, ਜਾਂ ਕਿਤੇ ਨਾ ਕਿਤੇ ਉਹਨਾਂ ਦੇ ਪਿੱਛੇ ਵੀ ਕੋਈ ਪਰਦਾ ਸੀ। ਚੰਨੀ ਜੀ ਦੇਖੋ, ਇਹ ਹੈ ਹੁਣ ਗੈਂਗਸਟਰ ਆ, ਮੈਂ ਦੂਜੇ ਢੰਗ ਨਾਲ ਗੱਲ ਕਰਦਾ, ਸ਼ਾਇਦ ਮੈਂ ਚੰਗੇ ਤਰੀਕੇ ਨਾਲ ਗੱਲ ਨੂੰ ਸਾਫ਼ ਕਰ ਪਾਵਾਂ। ਉਹ ਕਿਸੇ ਦਾ ਵੀ ਕਈ ਵਾਰੀ ਹੋਵੇ, ਉਹਨਾਂ ਨੇ ਨਾਮ ਵੀ ਕੀਤਾ ਹੋਵੇ, ਪਹਿਲਾਂ ਉਹਨਾਂ ਦਾ ਕੰਮ ਹੁੰਦਾ ਅਸੀਂ ਕੀਤਾ ਜੀ। ਕਿਉਂਕਿ ਖੂੰਖਾਰੀ ਉਸ ਗਰੁੱਪ ਦਾ ਨਾਂ ਜਾਣਾ ਸਮਾਜ ਵਿੱਚ ਉਹਨਾਂ ਨੂੰ ਫਰੌਤੀਆਂ ਲਈ ਮਜ਼ਬੂਤੀ ਦਾ ਇੱਕ ਚਿੰਨ੍ਹ ਸਾਹਮਣੇ ਆਉਂਦਾ ਕਿ ਯਾਰ ਇਹ ਬੜੇ ਤਕੜੇ ਆਏ ਤੇ ਛੱਡਦੇ ਨਹੀਂ, ਤੇ ਤੁਰੇ ਜਾਂਦੇ ਨੂੰ ਮਾਰ ਦਿੰਦੇ, ਆਏ ਤੇ ਉੜਦੇ ਬਾਜ ਦੀ ਅੱਖ 'ਚ ਤੀਰ ਮਾਰ ਦਿੰਦੇ, ਗੋਲੀ ਮਾਰ ਦਿੰਦੇ, ਏਡੇ ਤਕੜੇ, ਤੇ ਪਾਣੀ ਨਹੀਂ ਮੰਗਣ ਦਿੰਦੇ। ਉਹ ਲੈਂਦੇ ਆ ਨਾ ਓਪਨ ਜ਼ਿੰਮੇਵਾਰੀ, ਸੋਸ਼ਲ ਮੀਡੀਆ ਤੇ ਲੈਂਦੇ ਆ ਨਾ ਗੈਂਗਸਟਰ। ਇਸੇ ਤਰੀਕੇ ਨਾਲ ਹੁਣ ਇਸ ਮਰਡਰ ਨੂੰ ਜੇ ਤੇ ਅਸੀਂ ਸੀਰੀਅਸ ਪੋਲੀਟੀਕਲ ਐਨਾਲਿਸਿਸ ਸਿੱਖ ਮੂਵਮੈਂਟ ਦਾ ਕਰਨਾ, ਪੋਲਿਟਿਕਸ ਦੇ ਤੌਰ ਤੇ, ਭਾਵੇਂ ਉਹ ਖਾਲਿਸਤਾਨ ਦੀ ਹੋਵੇ, ਭਾਵੇਂ ਸਿੱਖਾਂ ਦੇ ਨਾਲ ਹੋ ਰਹੇ ਕੇਂਦਰ ਤੋਂ ਵਿਤਕਰੇ ਦੀ ਹੋਵੇ, ਭਾਵੇਂ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਜੂਨ 84 ਤੇ ਚੜ੍ਹਾਈਆਂ ਫੌਜਾਂ ਦੇ ਹਮਲੇ ਦੇ ਰੋਸ ਦੀ ਗੱਲ ਹੋਵੇ, ਇੱਕ ਤੇ ਉਹਦਾ ਸਾਫ਼ ਤੁਹਾਨੂੰ ਦਿਖਦੀ ਆ ਕਿ ਜੇ ਤੁਸੀਂ ਨਿਹੱਥੇ ਲੋਕਾਂ ਨੂੰ, ਭਾਵੇਂ ਉਹ ਬੱਸ 'ਚੋਂ ਕੱਢ ਕੇ ਮਾਰਨ ਵਾਲੀ ਗੱਲ ਹੈਗੀ ਇੱਥੇ ਪੰਜਾਬ 'ਚ ਜਿਹੜਾ ਹੋਇਆ, ਜਾਂ ਇੱਕ ਐਰੋਪਲੇਨ ਨੂੰ ਪੂਰੇ ਨੂੰ ਉਡਾ ਦਿੰਦੇ ਆ ਤੁਸੀਂ। ਹਾਂ, ਜੇ ਤੁਸੀਂ ਉਡਾਉਂਦੇ ਨਹੀਂ, ਕਿਤੇ ਉਤਾਰਦੇ ਆ, ਜਿਵੇਂ ਪਾਕਿਸਤਾਨ 'ਚ ਉਤਾਰਿਆ ਸੀਗਾ ਕੁਝ ਸਿੰਘਾਂ ਨੇ, ਉਹ ਵੀ ਯਾਦ ਹੈ ਤੁਹਾਨੂੰ, ਫਿਰ ਤਾਂ ਤੁਹਾਡਾ ਲੱਗਦਾ ਕਿ ਤੁਸੀਂ ਆਪਣੇ ਆਪ ਨੂੰ ਪ੍ਰਬਲ ਦੱਸਦੇ ਆ ਕਿ ਤੁਸੀਂ ਕਿਵੇਂ ਤੁਹਾਡੀਆਂ ਵੱਡੀਆਂ ਵੱਡੀਆਂ ਸਿਕਿਉਰਿਟੀਆਂ ਨੂੰ ਅਸੀਂ ਬਰੀਚ ਕਰ ਸਕਦੇ ਹਾਂ ਤੇ ਸਾਨੂੰ ਐਵੇਂ ਨਾ ਜਾਣਿਓ। ਉਹ ਗੱਲ ਇੱਕ ਦੂਸਰੀ ਹੈ। ਪਰ ਜੇ ਤੁਸੀਂ ਉਡਾ ਦਿੰਦੇ ਆ, ਉਹ ਕਿਹਦੀ ਸੇਵਾ ਕਰਦੇ? ਕੀ ਉਸ ਰਾਜਨੀਤਿਕ ਜਿਹੜਾ ਤੁਹਾਡੀ ਮਨਸ਼ਾ ਆ, ਸਿੱਖ ਕੌਣ ਹੈ? ਸਿੱਖ ਜੇ ਕੋਈ ਚਾਹੁੰਦੇ ਆ ਕਿ ਸਾਡੇ ਨਾਲ ਧੱਕਾ ਹੁੰਦਾ ਤੇ ਅਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣੀਏ, ਅਸੀਂ ਆਪਣੇ ਸਾਨੂੰ ਆਟੋਨਮੀ ਮਿਲੇ, ਸਾਨੂੰ ਆਪਣੀ ਮੋਰ ਜ਼ਿਆਦਾ ਅਧਿਕਾਰ ਮਿਲਣ ਇੰਡੀਆ ਦੇ ਵਿੱਚ, ਉਹ ਕਿਸ ਗੱਲ ਲਈ ਕਹਿੰਦੇ ਆ? ਉਹ ਕਹਿੰਦੇ ਆ ਕਿ ਅਸੀਂ ਇੱਕ ਅਲੱਗ ਕੌਮ ਹੈਗੇ ਆ, ਅਲੱਗ ਇੱਥੋਂ ਦੇ ਐਥਨਿਕ ਗਰੁੱਪ ਹੈਗੇ ਆ, ਔਰ ਜੋ ਪੰਜਾਬੀਅਤ ਦੇ ਨਾਲ ਵੀ ਜੁੜੇ ਆ, ਉਹ ਸਿੱਖੀ ਨਾਲ ਵੀ ਜੁੜੇ ਹੋਏ। ਉਹ ਸਾਰੇ ਚਾਹੁੰਦੇ ਆ ਕਿ ਜਿਹੜੀ ਸਿੱਖੀ ਦੀ ਫਲਸਫਾ ਆ, ਜਿਹੜਾ ਸਰਬ ਧਰਮ ਨੂੰ ਨਾਲ ਲੈ ਕੇ ਚੱਲਦਾ, ਜਿੱਥੇ ਜਾਤ ਪਾਤ ਨੂੰ ਐਟਲੀਸਟ ਆਈਡੀਆਲੋਜੀ ਦੇ ਪੱਧਰ ਤੇ, ਫਲਸਫੇ ਦੇ ਪੱਧਰ ਤੇ ਕੋਈ ਜਗ੍ਹਾ ਨਹੀਂ ਹੈਗੀ, ਅਸੀਂ ਉਸ ਵਿਰਸੇ ਦੇ ਮਾਲਕ ਹਾਂ। ਔਰ ਉਹ ਚਾਹੁੰਦੇ ਆ ਕਿ ਇਸ ਦਾ ਫੈਲਾਓ ਭਾਰਤ ਵਿੱਚ ਤੇ ਵਿਦੇਸ਼ਾਂ 'ਚ ਹੋਵੇ, ਔਰ ਬਹੁਤ ਸਾਰੇ ਲੋਕ ਵਿਦੇਸ਼ੀ ਆ ਕੇ ਇਸ ਗੱਲ ਤੋਂ ਖੁਸ਼ ਹੋ ਕੇ ਵੀ ਜਾਂਦੇ ਆ ਕਿ ਇਹ ਹੈ ਮਾਨਵਵਾਦੀ ਫਲਸਫਾ, ਇਨਸਾਫ ਪਸੰਦ, ਦਬੰਗ ਲੋਕ ਡਰਦੇ ਨਹੀਂ ਹੈਗੇ, ਕਿਉਂਕਿ ਸਾਨੂੰ ਪਾਣੀ ਇਹੋ ਜਿਹੀ ਚਾੜੀ ਹੈ ਕਿ ਡਰਨਾ ਨਹੀਂ, ਡਰ ਗਿਆ ਸੋ ਮਰ ਗਿਆ। ਹੁਣ ਜੇ ਸਾਡੇ ਇਹ ਮਕਸਦ ਹੈਗੇ ਆ, ਉਹਦੇ ਨਾਲ ਉਹ ਮਕਸਦ ਕਿਵੇਂ ਤੁਹਾਡਾ ਹੱਲ ਹੋਇਆ, ਕਿਵੇਂ ਉਹ ਮਕਸਦ ਐਡਵਾਂਸ ਹੋਇਆ? ਕੀ ਲੋਕਾਂ ਨੇ ਵਾਹਵਾਹੀ ਕੀਤੀ ਤੁਹਾਡੀ ਕਿ ਤੁਸੀਂ ਬੰਦੇ ਮਾਰੇ ਆ? ਜਾਣੀ ਯਾਤਰੀ ਨਿਹੱਥੇ ਕੀ ਇਹ ਸਿੱਖ ਫਲਸਫੇ ਦੇ ਨਾਲ ਕਿਸੇ ਵੀ ਤਰੀਕੇ ਨਾਲ ਫਿੱਟ ਬੈਠਦਾ ਆ, ਕਿ ਉਹਨਾਂ ਦੇ ਨਾਲ ਮੈਚ ਕਰਦਾ? ਬਿਲਕੁਲ ਨਹੀਂ। ਆਪਾਂ ਉਹ ਕੰਮ ਕੋਈ ਵੀ ਟੈਕਟਿਸ ਦੇ ਤੌਰ ਤੇ ਵੀ ਨਾ ਕਰੀਏ ਜਿਹੜਾ ਸਾਡੇ ਉਸ ਕੌਜ਼ ਨੂੰ ਨੁਕਸਾਨ ਕਰੇ। ਮੈਂ ਤੁਹਾਨੂੰ ਨਿੱਕੀ ਐਗਜ਼ਾਮਪਲ ਹੋਰ ਦੇ ਕੇ ਦੱਸਦਾ। ਲੁਧਿਆਣੇ 'ਚ ਬੈਂਕ ਲੁੱਟੀ ਗਈ, ਪਤਾ ਨਹੀਂ ਉਹ 6 ਕਰੋੜ ਰੁਪਈਆ ਸੀ, ਕਿੰਨਾ ਸੀ ਉਹ, ਹੁਣ ਸਾਰੀ ਪਬਲਿਕ ਵਿੱਚ ਆ, ਕਿੰਨੇ ਲੁੱਟੀ, ਕੀ ਲੁੱਟੀ, ਸਾਰਾ ਕੁਝ ਪਬਲਿਕ ਵਿੱਚ। ਪਰ ਇੱਕ ਵੀ ਮਾਰਿਆ ਕਿਸੇ ਨੂੰ? ਜਿਹੜਾ ਰੌਲਾ ਪਾਉਂਦਾ ਸੀ ਉਹਨੂੰ ਬਿਠਾ ਦਿੰਦੇ। ਉਹ ਖੁਦ ਭੱਜ ਭੱਜ ਕੇ ਚਾਬੀਆਂ ਫੜਾ ਕੇ ਕਹਿੰਦੇ ਸੀ ਇੱਥੇ ਵੱਡੇ ਨੋਟ ਆ, ਇੱਥੋਂ ਲੈ ਜਾਓ, ਇੱਥੋਂ ਲੈ। ਉਹ ਇੱਕ ਉਸ ਕਿਸਮ ਦੀ ਡਕੈਤੀ ਸੀਗੀ ਜਿਹਦੇ ਵਿੱਚ ਉਹ ਕਿਸੇ ਵੀ ਇੰਪਲਾਈ ਦੇ ਵਿਰੁੱਧ ਨਹੀਂ ਗਏ, ਰਾਦਰ ਉਹਨਾਂ ਨੇ ਕੋਆਪਰੇਟ ਕੀਤਾ, ਪਰ ਆਪਣਾ ਉਹਨਾਂ ਨੇ ਕੰਮ ਵੀ ਕੀਤਾ, ਸਰਕਾਰ ਦੇ ਪੈਸੇ ਨੂੰ ਲੁੱਟਿਆ। ਉੱਥੇ ਸਮਝ ਵੀ ਪੈਂਦੀ ਆ, ਪੁਰਾਣੇ ਸਾਡੇ ਜਿਹੜੇ
ਇਨਕਲਾਬੀ ਲੋਕ ਆ ਉਹ ਕਰਦੇ ਵੀ ਰਹੇ ਆ, ਪਹਿਲਾਂ ਵੀ ਕਰਦੇ ਰਹੇ, ਥੋੜਾ ਬਹੁਤ ਪੈਸਾ ਇੰਜ ਇਕੱਠਾ ਕਰਦੇ ਰਹੇ। ਉਹਨਾਂ ਨੇ ਇੱਕ ਰਾਜਨੀਤਿਕ ਮਕਸਦ ਲਈ ਸਾਫ਼-ਸਾਫ਼ ਉਸ ਬੈਂਕ 'ਚ ਅਨਾਉਂਸ ਕਰਕੇ ਕੀਤਾ ਕਿ ਅਸੀਂ ਇਸ ਮਕਸਦ ਲਈ ਆਏ ਹਾਂ, ਅਸੀਂ ਤੁਹਾਡਾ ਕਿਸੇ ਦਾ ਵਾਲ ਵਿੰਗਾ ਨਹੀਂ ਚਾਹੁੰਦੇ, ਸਾਨੂੰ ਪੈਸੇ ਦੀ ਲੋੜ ਹੈ, ਅਸੀਂ ਪੈਸਾ ਲੈਣਾ ਹੈ, ਤੁਸੀਂ ਆਰਾਮ ਨਾਲ ਇੱਥੇ ਬੈਠੋ, ਚਾਹ ਪਾਣੀ ਪੀਓ। ਇਹ ਮੈਂ ਕਹਿੰਦਾ ਕਿ ਸਮਝ ਪੈਂਦੀ, ਪਰ ਇਹ ਜਿਹੜਾ ਜਹਾਜ਼ ਵਾਲਾ ਸੀਗਾ, ਮੈਨੂੰ ਨਹੀਂ ਲੱਗਦਾ ਕਿ ਉਹ ਜੋ ਵੀ ਹੋਇਆ ਉਦੋਂ ਉਸ ਨੇ ਉਸ ਮਕਸਦ ਨੂੰ ਸਰਵ ਕੀਤਾ ਜਿਸ ਲਈ ਭਾਵੇਂ ਕੋਈ ਲੋਕ ਖਾਲਿਸਤਾਨ ਦੀ ਗੱਲ ਕਰਨ, ਭਾਵੇਂ ਸਿੱਖਾਂ ਦੇ ਵੱਧ ਅਧਿਕਾਰ ਦੀ ਕਰਨ, ਭਾਵੇਂ ਕੋਈ ਪੰਜਾਬੀਆਂ ਦੇ ਵੱਧ ਅਧਿਕਾਰ ਦੀ ਗੱਲ ਕਰਨ, ਕੋਈ ਇਹ ਸਾਰੇ ਲੋਕਾਂ ਲਈ ਉਸ ਮਕਸਦ ਦੇ ਨਾਲ ਉਹ ਐਕਸ਼ਨ ਜਿਹੜਾ ਕਦੀ ਵੀ ਉਹ ਸਰਵ ਨਹੀਂ ਹੋਇਆ। ਇਸ ਗੱਲ ਦਾ ਮੈਨੂੰ ਚੰਨੀ ਜੀ ਥੋੜ੍ਹਾ ਜਿਹਾ ਲੱਗਦਾ ਕਿ ਇਟਸ ਐਟ ਆਡ। ਹੁਣ ਇਸੇ ਕਰਕੇ ਪਹਿਲੀ ਗੱਲ ਤਾਂ ਇਸ ਗੱਲ ਦੀ ਤਹਿਕੀਕਾਤ ਬਣਦੀ ਹੈ ਉਹਨਾਂ ਨੇ ਕਿਉਂ ਕੀਤਾ, ਦਹਿਸ਼ਤਗਰਦੀ ਲਈ। ਜੇ ਤੁਸੀਂ ਦਹਿਸ਼ਤਗਰਦੀ ਕਰਦੇ ਆ, ਸ਼ਹੀਦ ਭਗਤ ਸਿੰਘ ਨੇ ਬੰਬ ਸੁੱਟਿਆ ਅਸੈਂਬਲੀ 'ਚ, ਲਾਹੌਰ ਦੀ ਅਸੈਂਬਲੀ 'ਚ, ਕੀ ਉਹ ਡੈਮੇਜ ਕਰਨ ਵਾਲਾ ਸੀ? ਬਿਲਕੁਲ ਨਹੀਂ, ਡਰਾਉਣ ਵਾਲਾ ਸੀ, ਮਾਰਿਆ ਨਹੀਂ ਕਿਸੇ ਨੂੰ। ਉਹਨਾਂ ਨੂੰ ਦਹਿਸ਼ਤਗਰਦ ਕਹਿੰਦੇ, ਕਈ ਅੱਜ ਵੀ ਉਹਦੀ ਵਿਰੋਧਤਾ ਕਰਦੇ ਆ। ਵੀ ਗਾਂਧੀ ਜੀ ਨੇ ਵੀ ਕੋਈ ਬਹੁਤਾ ਉਦੋਂ ਉਸ ਗੱਲ ਨੂੰ ਉਤਸ਼ਾਹਿਤ ਨਹੀਂ ਕੀਤਾ, ਉਹਨਾਂ ਨੂੰ ਮਤਲਬ ਇਸ ਗੱਲ ਦਾ ਨੋਟਿਸ ਸੀਰੀਅਸਲੀ ਨਹੀਂ ਲਿਆ ਕਿ ਇਹ ਚੰਗਾ ਗੱਲ ਇੰਡੀਆ ਦੀ ਪੋਲਿਟਿਕਸ ਲਈ ਚੰਗਾ। ਉਹਨਾਂ ਦੇ ਇੱਕ ਆਪਣੇ ਸੰਸਕਾਰ, ਆਪਣਾ ਫਲਸਫਾ ਸੀਗਾ ਗਾਂਧੀ ਜੀ ਦਾ। ਹੁਣ ਸਵਾਲ ਇਹ ਹੈ ਕਿ ਜੇ ਅਸੀਂ ਵਾਕਿਆ ਹੀ ਇਨਕਲਾਬੀ ਹੈਗੇ ਹਾਂ ਔਰ ਇਸ ਰੀਜਨ ਦੇ ਲੋਕਾਂ ਦੀ ਉਸ ਫਲਸਫੇ ਨੂੰ ਵੀ ਅੱਗੇ ਤੋਰਨਾ ਚਾਹੁੰਦੇ ਹਾਂ ਔਰ ਰਾਜਨੀਤਿਕ ਤੌਰ 'ਤੇ ਮਜ਼ਬੂਤੀ ਲਿਆਉਣੀ ਚਾਹੁੰਦੇ ਹਾਂ ਉਸ ਆਵਾਜ਼ ਦੀ, ਜੇ ਇਹ ਗੱਲ ਹੈਗੀ ਹੈ ਤਾਂ ਫਿਰ ਐਕਸ਼ਨ ਦਾ ਭਾਵੇਂ ਸਾਡਾ ਸਟ੍ਰੈਟਜਿਕ ਐਕਸ਼ਨ ਹੀ ਹੋਏ, ਉਸ ਦਾ ਮੈਚ ਹੋਣਾ ਚਾਹੀਦਾ ਤਾਂ ਕਿ ਉਹ ਪਰਪਸ ਸਰਵ ਹੋਏ, ਨਾ ਕਿ ਤੁਸੀਂ ਉਸ ਪਰਪਸ ਦੇ ਵਿਪਰੀਤ ਜਾ ਕੇ ਉਸ ਮੂਵਮੈਂਟ ਨੂੰ ਕਿਤੇ ਨਾ ਕਿਤੇ ਕਟਾਇਰੇ 'ਚ ਖੜਾ ਕਰ ਦਿਓ ਕਿ ਜਿੱਥੇ ਲੋਕ ਤੁਹਾਨੂੰ ਸਵਾਲ ਕਰਨ, ਕਈ ਪੀ ਕੀ ਗੱਲ, ਤੁਸੀਂ ਤੇ ਆਹ ਗੱਲ ਕਰਦੇ ਸੀ, ਆਹ ਕੀ ਕੀਤਾ, ਕੀ ਜਵਾਬ ਹੈ ਤੁਹਾਡੇ ਕੋਲ? ਕਿ ਰਾਜਨੀਤਿਕ ਤੌਰ ਤੇ ਉਹ ਜਿਹੜਾ ਦੌਰ ਸੀ ਉਸ ਦੇ ਵਿੱਚ ਸਿੱਖ ਕਿਤੇ ਨਾ ਕਿਤੇ ਉਸ ਫਲਸਫੇ ਦੇ ਵਿੱਚ ਫਸ ਚੁੱਕੇ ਸੀ ਜਿਸ ਆਈਡੀਓਲੋਜੀ ਦੇ ਨਾਲ ਇਹ ਲੜਾਈ ਲੜੀ ਜਾ ਰਹੀ ਸੀ, ਜਾਂ ਕਿਤੇ ਨਾ ਕਿਤੇ ਮਾਨਸਿਕ ਰਾਜਨੀਤਿਕ ਕਮਜ਼ੋਰੀ ਸੀ ਜਿਸ ਦੇ ਕਾਰਨ ਇਹ ਹਾਲਾਤ ਬਣੇ, ਜਾਂ ਉਸ ਸਮੇਂ ਦੀ ਜੋ ਸਰਕਾਰਾਂ ਸੀ, ਜੋ ਦੌਰ ਸੀ, ਕਿਤੇ ਨਾ ਕਿਤੇ ਉਸਨੇ ਇਹ ਸਵਾਲ ਖੜੇ ਕਰਨ ਲਈ ਮਜਬੂਰ ਕੀਤਾ? ਮੈਂ ਤੁਹਾਨੂੰ ਇੱਕ ਤੇ ਨਿੱਜੀ ਰਾਜਨੀਤਿਕ ਸਮਝ ਮੂਵਮੈਂਟਸ ਬਾਰੇ ਇਹ ਦੱਸਣੀ ਚਾਹੁੰਦਾ ਕਿ ਜੇ ਤੁਸੀਂ ਜਨਤਾ ਲਈ ਕੰਮ ਕਰਨਾ ਤਾਂ ਜਨਤਾ ਨੂੰ ਬਿਨਾਂ ਨਾਲ ਲਿਆ, ਜਨਤਾ ਦੇ ਸਮੂਹ ਨੂੰ ਬਿਨਾਂ ਆਪਣੇ ਨਾਲ ਜੋੜਿਆਂ ਕੁਝ ਵੀ ਕੰਮ ਕਰੋਗੇ, ਭਾਵੇਂ ਤੁਸੀਂ ਡਿਕਟੇਟਰ ਬਣ ਕੇ ਜਾਂ ਦਾਦਾਗਿਰੀ ਦੇ ਨਾਲ, ਧੱਕੇ ਨਾਲ, ਦਹਿਸ਼ਤਗਰਦੀ ਦੇ ਨਾਲ, ਕੁਝ ਬੰਦੂਕ ਦੇ ਜ਼ੋਰ ਨਾਲ ਕੁਝ ਲੈ ਵੀ ਲਓ, ਔਰ ਤੁਸੀਂ ਸਾਰੇ ਦੇ ਸਾਰੇ ਬੰਦੇ ਬੜੇ ਇਨਸਾਫ ਪਸੰਦ ਹੋ, ਤੁਸੀਂ ਸਿਸਟਮ ਨੂੰ ਚੰਗਾ ਸੁਧਾਰ ਵੀ ਦਿਓ ਇੱਕ ਮੌਕੇ 'ਤੇ, ਪਰ ਇਹ ਖਤਰਾ ਹਮੇਸ਼ਾ ਉਸ ਰੋਲ ਦੇ ਵਿੱਚ ਬਣਿਆ ਰਹੂਗਾ ਕਿ ਕਿਤੇ ਨਾ ਕਿਸੇ ਵੇਲੇ ਲੋਕ ਜਿਹੜੇ ਹੈ ਉਹ ਪਰਾਂ ਹੋ ਜਾਣਗੇ, ਲੋਕ ਇੱਕ ਪਾਸੇ ਰਹਿ ਜਾਣਗੇ ਅਤੇ ਉਹ ਜਿਹੜੀ ਕੋਟਰੀ ਰਾਜ ਕਰਦੀ ਆ ਉਸ ਦਾ ਮਿਸਯੂਜ਼ ਕਰਨਗੇ, ਉਹ ਆਪਣੇ ਤੌਰ 'ਤੇ ਉਸ ਦਾ ਕਿਤੇ ਵੀ ਦੁਰਵਰਤੋਂ, ਕਿਉਂਕਿ ਜਦੋਂ ਸੱਤਾ ਹੱਥ 'ਚ ਆਉਂਦੀ ਆ, ਬੰਦੂਕ ਹੱਥ 'ਚ ਆਉਂਦੀ ਆ ਅਤੇ ਜਿਹੜਾ ਉਹਦਾ ਨਸ਼ਾ ਚੜ੍ਹਦਾ, ਫਿਰ ਉਸ ਨਸ਼ੇ 'ਚ ਲੋਕ ਚੱਲਣ ਲੱਗਦੇ। ਇਸੇ ਕਰਕੇ ਨਿੱਜੀ ਤੌਰ 'ਤੇ ਮੈਂ ਚਾਹੁੰਦੀ ਹਮੇਸ਼ਾ ਇਹ ਸਮਝਦਾ ਹਾਂ ਕਿ ਜੇ ਤੁਸੀਂ ਕਿਸੇ ਵੀ ਸਮਾਜ ਦਾ ਸਵਾਰਨਾ ਅਤੇ ਲੋਕਾਂ ਦੇ ਵਿੱਚ ਸ਼ਰੇ ਬਾਜ਼ਾਰ ਆਪਣਾ ਪ੍ਰੋਗਰਾਮ ਲੈ ਕੇ ਜਾਓ, ਉਹਦੇ ਬਿਲਕੁਲ ਨਾਅਰੇ ਲਾਓ, ਉਹਦਾ ਪੋਸਟਰ ਲਾਓ ਵੀ ਅਸੀਂ ਆਹ ਕਰਨਾ ਚਾਹੁੰਦੇ ਹਾਂ, ਤੁਹਾਡੇ ਲਈ ਕਰਨਾ ਚਾਹੁੰਦੇ, ਤੁਸੀਂ ਨਾਲ ਸਾਥ ਦਿਓਗੇ ਤਾਂ ਅਸੀਂ ਤਕੜੇ ਹਾਂ, ਜੇ ਤੁਸੀਂ ਨਹੀਂ ਸਾਥ ਦਿੰਦੇ ਅਸੀਂ ਨਿਹੱਥੇ ਹਾਂ, ਅਸੀਂ ਕੁਛ ਨਹੀਂ ਕਰਾਂਗੇ। ਉਹ ਮੂਵਮੈਂਟ ਜਿਹੜੀ ਲੋਕਾਂ ਨੂੰ ਐਜੂਕੇਟ ਕਰਕੇ, ਪੋਲੀਟੀਕਲੀ ਤਕੜਾ ਕਰਕੇ, ਉਹਨਾਂ ਦੇ ਹੱਥ ਸੱਤਾ ਫੜਾ ਕੇ, ਜਿਵੇਂ ਪੰਜਾਬ ਦੇ ਕਿਸਾਨਾਂ ਨੇ ਕਰਕੇ ਦਿਖਾਇਆ ਨਾ ਭਈ ਪੀਸਫੁਲ ਮੂਵਮੈਂਟ ਆ, ਕੋਈ ਝੁਕਾ ਸਕਦਾ ਸੀ, ਜਿੰਨੀਆਂ ਮਰਜ਼ੀ ਬੰਦੂਕਾਂ ਚਲਾਈ ਜਾਂਦੇ, ਮੋਦੀ ਨੂੰ ਕੀ ਫਰਕ ਪੈਣਾ ਸੀ, ਤੁਹਾਡੇ ਬੰਦੇ ਮਰਦੇ, ਮੋਦੀ ਦੇ 4 ਸਿਪਾਹੀ ਮਰ ਜਾਂਦੇ, ਕਸ਼ਮੀਰ 'ਚ ਹੋ ਹੀ ਰਿਹਾ। ਇਸ ਲਈ ਇਹ ਜਿਹੜਾ ਇੱਕ ਫਲ, ਦੂਸਰਾ ਤੁਸੀਂ ਕਹਿੰਦੇ ਕਿ ਜਿਹੜਾ ਮਾਹੌਲ, ਮੈਂ ਉਸੇ ਕੰਟੈਕਟ 'ਚ ਦੂਜੇ ਪਾਸਿਓਂ ਗੱਲ ਕਹਿਤੀ ਹੈ ਕਿ ਨਿੱਜੀ ਤੌਰ 'ਤੇ ਮੈਂ ਬਹੁਤਾ ਸਹਿਮਤ ਨਹੀਂ ਕਿ ਠੂਠਾ ਤੁਹਾਨੂੰ ਬਹੁਤਾ ਅਚੀਵ ਕਰਨ ਦੇ ਵਿੱਚ ਹੈ, ਪਰ ਕਈ ਵਾਰੀ ਤੁਹਾਡਾ ਲਿਮਟਿਡ ਡੋਜ਼ ਦੇ ਵਿੱਚ ਇਹੋ ਜਿਹਾ ਕੰਮ ਜਿਹੜਾ ਦਬੰਗੀ ਦਾ, ਜਾਂ ਤੁਸੀਂ ਜਿਹਨੂੰ ਸਰਕਾਰੀ ਭਾਸ਼ਾ 'ਚ ਅੱਤਵਾਦ ਕਹਿੰਦੇ ਆ, ਉਹ ਲੋਕਾਂ ਨੂੰ, ਸੁੱਤੇ ਲੋਕਾਂ ਨੂੰ ਨੀਂਦ ਤੋਂ ਜਗਾਉਣ ਲਈ ਮਾੜਾ ਮੋਟਾ ਕਈ ਵਾਰੀ ਉਹ ਜਾਗ ਦਾ ਕੰਮ ਕਰਦਾ, ਜਾਗ ਲਾਉਣ ਦਾ, ਜਿਵੇਂ ਭਗਤ ਸਿੰਘ ਨੇ ਵੀ ਕੀਤਾ। ਅਪੇਰੈਂਟਲੀ ਉਹ ਇੰਝ ਲੱਗਦਾ ਕਿ ਟੈਰਰਿਸਟ ਐਕਟ ਹੈ ਨਾ, ਬੰਬ ਸੁੱਟਣਾ ਕੋਈ ਬਹੁਤ ਚੰਗੀ ਗੱਲ ਤਾਂ ਨਹੀਂ ਹੈ, ਪਰ ਉਹਦਾ ਮਕਸਦ ਜਾਗ ਲਾਉਣ ਦਾ ਸੀਗਾ, ਜਗਾਉਣ ਦਾ ਸੀਗਾ। ਉਸ ਤਰੀਕੇ ਨਾਲ ਲਿਮਟਿਡ ਤੌਰ 'ਤੇ ਕੀਤਾ ਜਾਵੇ। ਜਿਵੇਂ ਹੁਣ ਤੁਹਾਡਾ ਕਰੋਨਾ ਵਾਇਰਸ ਨੂੰ ਹਟਾਉਣਾ, ਕੋਵਿਡ-19 ਨੂੰ ਕੀ ਕਰਦੇ ਆ, ਉਹਦਾ ਹੀ ਵਾਇਰਸ ਨੂੰ ਤੁਹਾਡੀ ਸਕਿਨ ਦੇ ਅੰਦਰ, ਸਰੀਰ ਦੇ ਅੰਦਰ ਭੇਜਦੇ ਆ ਕਿ ਤੁਸੀਂ ਤਕੜੇ ਹੁੰਦੇ, ਮਤਲਬ ਇੱਕ ਲਿਮਟਿਡ ਡੋਜ਼ ਉਹ ਤੁਹਾਨੂੰ ਤਕੜਾ ਕਰਦੀ ਹੈ, ਉਹਦਾ ਫਾਇਦਾ ਹੁੰਦਾ।
ਇਸ ਤਰ੍ਹਾਂ ਰੋਗ ਤੋਂ, ਇਸ ਤਰ੍ਹਾਂ ਹੀ ਤੁਹਾਨੂੰ ਪੋਲੀਟੀਕਲ ਰੋਗਾਂ ਤੋਂ ਲਿਮਟਿਡ ਲੈਵਲ ਤੇ ਕਰੋਗੇ, ਕੰਟਰੋਲਡ ਲੈਵਲ ਤੇ ਉਹਦਾ ਫਾਇਦਾ ਹੋ ਸਕਦਾ। ਪਰ ਜੇ ਤੁਸੀਂ ਉਸ ਨੂੰ ਕਹੋਗੇ ਅਸੀਂ ਤੇ ਸਿੱਧਾ ਹਥਿਆਰਬੰਦ ਹੋ ਕੇ, ਇੱਥੇ ਨਕਸਲਾਈਟ ਕਿੰਨਾ ਕੁਛ ਕੀਤਾ, ਬੱਬਰ ਕਾਲੀ ਰਹੇ, ਹੋਰ ਰਹੇ। ਮੈਂ ਨਹੀਂ ਕਹਿੰਦਾ ਉਹਨਾਂ ਦਾ ਮੂਵਮੈਂਟ ਦੇ ਵਿੱਚ ਅਸਰ ਨਹੀਂ ਰਹਿੰਦਾ, ਅਸਰ ਰਹਿੰਦਾ, ਪਰ ਜਿੰਨਾ ਅਸੀਂ ਨੁਕਸਾਨ ਕਰਾ ਲੈਨੇ ਆਪਣੀ ਤਾਕਤ ਦਾ, ਆਪਣੇ ਲੋਕਾਂ ਦਾ, ਆਪਣੇ ਪੈਸੇ ਦਾ, ਆਪਣੇ ਸਮੇਂ ਦਾ, ਉਨਾ ਫਾਇਦਾ ਨਹੀਂ ਹੁੰਦਾ। ਇਸ ਲਈ ਜ਼ਰੂਰੀ ਹੈ ਕਿ ਜੇ ਸਮਾਜ ਦੇ ਵਿੱਚ ਅਸਲ ਮਾਇਨੇ 'ਚ ਤਬਦੀਲੀ ਲਿਆਉਣੀ ਹੈ ਤਾਂ ਲੋਕਾਂ ਦੇ ਸੰਗ ਲੱਗ ਕੇ ਸ਼ਾਂਤੀਮਈ ਤਰੀਕੇ ਨਾਲ। ਇੱਥੇ ਦਾ ਜਿਹੜਾ ਇਹ ਸੀਗਾ ਉਹਦਾ ਰਿਜ਼ਲਟ ਨਿਕਲਿਆ, ਆਪਾਂ ਦੇਖਦੇ ਹੀ ਹਾਂ ਕਿੰਨੇ ਗਰੁੱਪ ਬਣ ਗਏ, ਕੋਈ ਕਿਸੇ ਨੂੰ ਪਤਾ ਨਹੀਂ ਸੀ। ਹੁਣ ਉਹ ਨਾ, ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹਦੇ 'ਚ ਗੈਂਗ ਵਾਂਗੂ ਕੰਮ ਕਰਨੇ ਸ਼ੁਰੂ ਕਰ ਦਿੰਦੇ। ਕੋਈ ਵੀ ਇਹੋ ਜਿਹੀ ਜਿਹੜੀ ਅੰਡਰਗਰਾਊਂਡ ਮੂਵਮੈਂਟ ਜਿਹਦੀ ਲੋਕਾਂ ਨੂੰ ਜਵਾਬਦੇਹੀ ਨਹੀਂ, ਬੰਦੂਕਾਂ ਤੁਹਾਡੇ ਕੋਲ ਆ, ਤੁਸੀਂ 10 ਬੰਦੇ ਹੈ, 10 ਨੇ ਕੱਲ੍ਹ ਨੂੰ 5 ਗਰੁੱਪ ਬਣਾ ਲਏ, 2-2 ਬੰਦੇ ਕਰਕੇ 5-5 ਹੋਰ ਜੋੜ ਲਏ ਆਪਣਾ, ਚਲੋ ਜੀ ਉੱਧਰੋਂ ਚਲੋ। ਕੁਛ ਉਹਨਾਂ 'ਚੋਂ ਚੰਗੇ ਆ, ਕੁਛ ਉਹਨਾਂ 'ਚੋਂ ਅਪਰਾਈਟ ਆ, ਸਿਆਣੇ ਆ, ਕਮਿਟਡ ਆ। ਚਾਰ ਗਰੁੱਪ ਇਹੋ ਜਿਹੇ ਵੀ ਹੋ ਜਾਣਗੇ ਜਿਹੜੇ ਲੁੱਟਾਂ ਖੋਹਾਂ ਤੇ ਚਲੇ ਜਾਣਗੇ। ਕਿਉਂਕਿ ਕੋਈ ਜਵਾਬਦੇਹੀ ਨਹੀਂ ਹੈ, ਤੁਸੀਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ। ਉਹ ਮੂਵਮੈਂਟ ਦਾ ਪੱਠਾ ਬਿਠਾ ਦਿੰਦੇ। ਇੰਜ ਪੰਜਾਬ ਦੀਆਂ ਮੂਵਮੈਂਟਾਂ 'ਚ ਹੋਇਆ, ਪਿਛਲੀਆਂ 'ਚ ਵੀ ਹੋਇਆ। ਇਹੋ ਜਿਹੀਆਂ ਜਿਹੜੀਆਂ ਆਤੰਕੀ ਮੂਵਮੈਂਟ ਕਹਿ ਲਓ, ਜਾਂ ਜਿਨ੍ਹਾਂ ਨੂੰ ਤੁਸੀਂ ਮਿਲੀਟੈਂਟ ਮੂਵਮੈਂਟ ਕਹਿ ਲਓ, ਖਾੜਕੂ ਮੂਵਮੈਂਟ, ਕੋਈ ਵੀ ਸ਼ਬਦ ਵਰਤ ਲਓ, ਕੁਝ ਸਰਕਾਰੀ ਭਾਸ਼ਾ ਹੈ, ਕੁਝ ਪਬਲਿਕ ਦੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਖਾੜਕੂ ਕਹਿੰਦੇ ਆ। ਤਾਂ ਮੇਰਾ ਤਾਂ ਇਹੀ ਕਹਿਣਾ ਕਿ ਜਿਹੜਾ ਉਹ ਉਸ ਕਿਸਮ ਦਾ ਦੌਰ ਸੀ, ਉਸ ਦਾ ਇੱਕ ਆਪਣਾ ਇਤਿਹਾਸ ਦੇ ਵਿੱਚ ਕੱਲ੍ਹ ਨੂੰ ਰੋਲ ਕੀ ਆ ਉਹ ਤਾਂ ਰਹੂਗਾ ਹੀ, ਉਹਨੂੰ ਨਹੀਂ ਅਸੀਂ ਨਕਾਰਦੇ ਹੈਗੇ। ਪਰ ਜਿਸ ਮਨਸ਼ਾ ਲਈ ਅਸੀਂ ਤੁਰੇ ਸੀਗੇ, ਜੋ ਆਪਾਂ ਨਾਅਰਾ ਦੇ ਕੇ ਤੁਰੇ ਸੀ, ਜੋ ਸਾਡਾ ਡਿਕਲੇਅਰਡ ਪ੍ਰੋਗਰਾਮ ਸੀ, ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਕਹਿ ਲਓ, ਉਹਦੇ ਅਸੀਂ ਨੇੜੇ ਨਹੀਂ ਪਹੁੰਚੇ ਹਾਂ, ਨੁਕਸਾਨ ਬਹੁਤ ਕਰਾਇਆ। ਕਿ ਉਸ ਰਾਜਨੀਤੀ ਦੇ ਵਿੱਚ ਜਦੋਂ ਅਨੰਦਪੁਰ ਸਾਹਿਬ ਦਾ ਮਤਾ ਸਾਹਮਣੇ ਆਉਂਦਾ ਹੈ ਕਿ ਉਸ ਮਤੇ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ, ਹਾਲਾਂਕਿ ਜੇ ਉਸ ਮਤੇ ਨੂੰ ਅੱਜ ਦੇਖਿਆ ਜਾਵੇ, ਅੱਜ ਦੁਹਰਾਇਆ ਜਾਵੇ, ਤਾਂ ਉਸ ਦੇ ਵਿੱਚੋਂ ਕੁਝ ਮੰਗਾਂ ਤਾਂ ਬਾਈ ਡਿਫਾਲਟ ਹੀ ਲਾਗੂ ਹੋ ਗਈਆਂ। ਉਸ ਸਮੇਂ ਦਾ ਦੌਰ ਲਾ ਲਓ, ਭਾਵੇਂ ਸਰਕਾਰਾਂ ਤੇ ਪ੍ਰੈਸ਼ਰ ਲਾ ਲਓ, ਜਾਂ ਕਿਤੇ ਨਾ ਕਿਤੇ ਰਾਜਨੀਤਿਕ ਧਿਰ ਨੂੰ ਉਭਾਰਨ ਦੇ ਲਈ ਉਹ ਕੁਝ ਕੀਤਾ ਗਿਆ। ਪਰੰਤੂ ਉਹ ਫਲਸਫਾ ਜੋ ਅਨੰਦਪੁਰ ਸਾਹਿਬ ਦਾ ਮਤਾ ਸੀ, ਕਿ ਉਸ ਦੇ ਉੱਤੇ ਅੱਜ ਵੀ ਜੋ ਸਿੱਖ ਸਮਾਜ ਦੀ ਜੋ ਰਾਜਨੀਤੀ ਹੈ ਉਹ ਕਿਤੇ ਨਾ ਕਿਤੇ ਖਰੀ ਨਹੀਂ ਉਤਰ ਰਹੀ, ਜਾਂ ਕਿਤੇ ਨਾ ਕਿਤੇ ਉਹ ਸਭ ਕੁਝ ਛੱਡ ਕੇ ਹੁਣ ਇੱਕ ਪਾਸੜ ਹੋ ਗਈ ਹੈ। ਬਿਲਕੁਲ ਨਹੀਂ ਉਤਰ ਰਹੇ। ਜਿਨ੍ਹਾਂ 'ਤੇ ਸਾਡੇ ਪੰਜਾਬੀਆਂ ਨੂੰ, ਖਾਸ ਕਰਕੇ ਸਿੱਖ ਸਮੁਦਾਇ ਨੂੰ ਇੰਨਾ ਭਰੋਸਾ ਸੀਗਾ, ਪੰਥਕ ਲੋਕਾਂ ਨੂੰ, ਉਹਨਾਂ ਨੇ ਭਰੋਸਾ ਤੋੜਿਆ ਇਸ ਕਰਕੇ ਕਿ ਉਹ ਜਿਹੜੇ ਸਿੱਖ ਪ੍ਰਿੰਸੀਪਲ ਅਸੂਲ ਸੀ, ਉਹਨਾਂ ਤੋਂ ਹਟ ਕੇ ਦੂਜੀਆਂ ਪਾਰਟੀਆਂ ਵਾਲੇ ਰੰਗ ਫੜ ਗਏ ਕਿ ਪੈਸਾ ਬਣਾਓ, ਸੱਤਾ ਤੋਂ ਸੱਤਾ ਹੋਰ ਪੈਦਾ ਕਰੋ, ਪਰਿਵਾਰ ਸੈੱਟ ਕਰੋ, ਇਹ ਸਾਰਾ ਕਰੋ। ਤੁਹਾਡੇ ਸਾਹਮਣੇ ਸ਼੍ਰੀਲੰਕਾ 'ਚ ਕੀ ਹੋਇਆ? ਮੈਂ ਤਾਂ ਹੈਰਾਨ ਆ, ਅੱਜ ਮਣੀਸ਼ੰਕਰ ਅਈਅਰ ਦਾ ਆਰਟੀਕਲ ਆਇਆ, ਪੜ੍ਹ ਕੇ ਸਾਰਾ ਹੀ ਟੱਬਰ, ਮੈਨੂੰ ਤਾਂ ਲੱਗਦਾ ਕੁੱਤਿਆਂ ਨੂੰ ਵੀ ਉਹਨਾਂ ਨੇ ਉਹਦੇ 'ਚ ਸੈੱਟ ਕਰ ਦਿੱਤਾ। ਕੋਈ ਨਹੀਂ ਛੱਡਿਆ, ਭਰਾਵਾਂ ਦੇ ਨਿਆਣੇ, ਨਿਆਣਿਆਂ ਦੇ ਗਾਂ ਭਤੀਜੇ, ਸਾਲੀਆਂ, ਸਾਲੇ, ਸਾਰੇ ਹੀ ਕਿਤੇ ਨਾ ਕਿਤੇ ਅਹੁਦਿਆਂ 'ਚ ਲਾਤੇ। ਅਤੇ ਰਿਜ਼ਲਟ ਕੀ ਨਿਕਲਿਆ? ਤਬਾਹੀ ਹੋ ਗਈ। ਹੁਣ ਭੱਜਾ ਫਿਰਦਾ, ਕਦੀ ਸਿੰਗਾਪੁਰ ਜਾਂਦਾ, ਕਦੀ ਕਹਿੰਦੇ ਕਿੱਥੇ ਜਾਣਾ, ਗਲਫ 'ਚ ਜਾਣਾ, ਉੱਥੋਂ ਬਾਹਰੋਂ ਜਾ ਕੇ ਰਜਾਈਨ, ਇੱਥੇ ਰਜਾਈਨ ਲਿਖਣ ਦਾ ਟਾਈਮ ਨਹੀਂ ਲੋਕਾਂ ਨੇ ਦਿੱਤਾ, ਇੰਨਾ ਭਜਾਇਆ ਗੋਟਾਬਇਆ ਨੂੰ। ਇਸ ਲਈ ਆਪਾਂ ਨੂੰ ਚੰਨੀ ਜਿਹੜਾ ਕੋਈ ਐਕਸ਼ਨ ਕਰਨਾ ਚਾਹੀਦਾ ਆ, ਉਸ ਦਾ ਰੈਪਰਕਸ਼ਨ ਪਹਿਲਾਂ ਸੋਚ ਲੈਣਾ ਚਾਹੀਦਾ ਆ। ਅਤੇ ਜਿਹੜਾ 73 ਵਾਲਾ ਸਾਡੇ ਅਕਾਲੀ ਦਲ ਜਾਂ ਹੋਰ ਵੀ ਮੈਂ ਕਹੂੰਗਾ, ਉਹਨਾਂ ਤੋਂ ਬੜੀਆਂ ਉਮੀਦਾਂ ਸੀ। ਅਜੇ ਵੀ ਮੈਨੂੰ ਥੋੜ੍ਹਾ ਅਫਸੋਸ ਵੀ ਹੁੰਦਾ, ਮੈਂ ਅਫਸੋਸ ਨਾਲ ਗੱਲ ਕਹਿਣਾ, ਕਿਉਂਕਿ ਸਾਡੇ ਕੋਲ ਇੱਕੋ ਹੀ ਸਟਰੋਂਗ ਰੀਜਨਲ ਪਾਰਟੀ ਬੜੀ ਦੇਰ ਤੱਕ ਰਹੀ ਹੈ, ਬੜਾ ਲੰਬਾ ਇਤਿਹਾਸ ਸੀ, ਬੜੇ ਸਟਰਗਲ ਵੀ ਕੀਤੇ, ਬੜੇ ਚੰਗੇ ਕੰਮ ਵੀ ਕੀਤੇ, ਜੇਲ੍ਹਾਂ 'ਚ ਵੀ ਗਏ। ਇਕੱਲੀ ਇੱਕ ਵਾਹਦ ਪਾਰਟੀ ਸੀ ਜਿਹਨੇ ਐਮਰਜੈਂਸੀ ਦਾ ਲਗਾਤਾਰ ਵਿਰੋਧ ਕੀਤਾ, ਉਦੋਂ ਬਾਅਦ ਵੀ ਉਹਨਾਂ ਨੇ ਮੋਰਚਾ ਲਾਇਆ 82 ਦੇ ਵਿੱਚ ਵੀ। ਹੁਣ ਉਹ ਜੇ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਉਹਨਾਂ ਦਾ ਇੱਕ ਅਕਸ਼ ਇਹੋ ਜਿਹਾ ਹੋ ਜੇ ਵੀ ਇਹ ਵੀ ਪਰਿਵਾਰਵਾਦ ਵਾਂਗੂ ਆ, ਗੋਟਾਬਇਆ ਵਾਂਗੂ, ਵੀ ਇਹਨਾਂ ਨੇ ਕਬਜ਼ੇ ਕਰਨੇ ਆ, ਲੋਕਾਂ ਦਾ ਭਰੋਸਾ ਕਿਵੇਂ ਬਣੂ? ਆਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਕੋਈ ਉਹ ਐਂਟੀ ਨੈਸ਼ਨਲ ਨਹੀਂ ਹੈਗਾ, ਕੋਈ ਉਹ ਕਿਸੇ ਵੀ ਕਿਸਮ ਦੀ ਡੈਮੋਕ੍ਰੇਸੀ ਨੂੰ, ਜਮਹੂਰੀਅਤ ਨੂੰ, ਸੰਵਿਧਾਨ ਨੂੰ ਕੋਈ ਖਤਰਾ ਜਾਂ ਉਹਨੂੰ ਕਿਸੇ ਕਿਸਮ ਦਾ ਨਹੀਂ ਹੈ। ਰਾਦਰ ਦੇਸ਼ ਨੂੰ ਮਜ਼ਬੂਤ ਕਰਨ ਵਾਲਾ ਹੈਗਾ। ਜੇ ਲੋਕਾਂ ਨੂੰ ਵੱਧ ਅਧਿਕਾਰ ਦਿਓਗੇ ਕਿ ਦੇਸ਼ ਮਜ਼ਬੂਤ ਹੋਊਗਾ ਕਿ ਕਮਜ਼ੋਰ ਹੋਊਗਾ? ਇਸ ਲਈ ਚੰਨੀ ਜੀ, ਮੈਂ ਇਹ ਕਹਿਣਾ ਕਿ ਉਸ ਨੂੰ ਲਾਗੂ ਜੇ ਕਰਨਾ ਤੇ ਸੀਰੀਅਸ ਪੋਲੀਟੀਕਲ ਐਫਰਟ ਹੋਣ ਦੀ ਲੋੜ ਆ, ਕਰਨ ਦੀ ਲੋੜ ਆ। ਉਹਦੇ ਵਿੱਚ ਇੱਧਰ ਉੱਧਰ ਇੱਕ ਬੰਦਾ, ਦੋ ਬੰਦੇ, ਕਦੀ ਉਹ ਗਰੁੱਪ, ਕਦੀ ਉਹ ਗਰੁੱਪ, ਉਹਦੇ ਨਾਲ ਨਹੀਂ। ਉਹ ਅਜੇ ਵਕਤ ਦਿਖ ਨਹੀਂ ਰਿਹਾ, ਨਾ ਉਹ ਪਲੇਟਫਾਰਮ ਦਿਖ ਰਿਹਾ, ਨਾ ਉਹ ਬੰਦੇ ਦਿਖ ਰਹੇ ਆ। ਦੇਖੋ ਆਉਣ ਵਾਲੇ ਸਮੇਂ 'ਚ ਸ਼ਾਇਦ ਕੁਛ ਵਿੱਚੋਂ ਬਹਾਦਰ ਜੰਗਜੂ ਬੰਦੇ ਨਿਕਲ ਕੇ ਆ ਕੇ ਫਿਰ ਉਸ ਗੱਲ ਨੂੰ ਆਪਣੀਆਂ ਗਲਤੀਆਂ ਤੋਂ ਸਿੱਖਦੇ ਹੋਏ ਨਵੇਂ ਢੰਗ ਦੇ ਨਾਲ
ਉਸ ਗੱਲ ਨੂੰ ਲਾਗੂ ਕਰ ਲਈ ਅੱਗੇ ਤੋਂ। ਦੇਖੋ, ਰਪਨਦੀਪ ਮਲਿਕ ਦਾ ਅੱਜ ਕਤਲ ਹੋ ਚੁੱਕਾ ਹੈ, ਮਰਡਰ ਹੋ ਚੁੱਕਿਆ ਹੈ, ਪਰੰਤੂ ਜਦੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਜਿਹੜੀ ਕਾਲੀ ਸੂਚੀ ਸੀ ਉਸ ਦੇ ਵਿੱਚ ਉਹਨਾਂ ਦਾ ਨਾਂ ਹਟਾਇਆ ਗਿਆ। ਉਸ ਤੋਂ ਬਾਅਦ ਉਹਨਾਂ ਵੱਲੋਂ ਸ਼ਲਾਘਾ ਕੀਤੀ ਗਈ, ਪ੍ਰਸ਼ੰਸਾ ਕੀਤੀ ਗਈ ਮੋਦੀ ਸਰਕਾਰ ਦਾ, ਨਰਿੰਦਰ ਮੋਦੀ ਦਾ ਖਾਸ ਕਰਕੇ ਧੰਨਵਾਦ ਵੀ ਕੀਤਾ ਗਿਆ। ਆਖਰ ਇੱਕ ਸਮਾਂ ਉਹ ਸੀ ਜਦੋਂ ਉਹ ਇੱਕ ਜੁਝਾਰੂ ਹਥਿਆਰਬੰਦ ਲੜਾਈ ਦੇ ਵਿੱਚ ਅਗਵਾਈ ਕਰ ਰਹੇ ਸਨ, ਪਰੰਤੂ ਜਦੋਂ ਉਹਨਾਂ ਦਾ ਨਾਂ ਕਾਲੀ ਸੂਚੀ 'ਚੋਂ ਹਟਾਇਆ ਗਿਆ ਫਿਰ ਉਹ ਸ਼ਲਾਘਾ ਕਰਦੇ ਨੇ। ਤਾਂ ਇਹਨਾਂ ਸ਼ਬਦਾਂ ਨੂੰ ਕਿਵੇਂ ਵੇਖਿਆ ਜਾ ਸਕਦਾ, ਜਾਂ ਸਮੇਂ ਦੀ ਇੱਕ ਕਲਪਨਾਤ ਹੈ, ਸਮੇਂ ਦਾ ਇੱਕ ਚੇਂਜ ਹੈ ਕਿ ਜਦੋਂ ਸੱਟ ਵੱਜਦੀ ਹੈ ਦੁੱਖ ਉਦੋਂ ਹੁੰਦਾ ਜਦੋਂ ਜ਼ਖਮ ਹਮੇਸ਼ਾ ਹਰਾ ਹੁੰਦਾ। ਚੰਨੀ ਜੀ, ਮੈਨੂੰ ਇਹ ਦੱਸੋ ਕਿ ਉਹਨਾਂ ਦਾ ਕਿਹੜਾ ਮਿਲੀਟੈਂਟ ਰੋਲ ਸੀ ਸਿਵਾਏ ਉਸ ਤੋਂ? ਮੈਨੂੰ ਨਹੀਂ, ਘੱਟੋ ਘੱਟ ਮੈਂ ਨਹੀਂ ਜਾਣਦਾ ਉਹਨਾਂ ਨੇ ਕਿੱਥੇ ਲੀਡ ਕੀਤਾ ਹੈ ਮਿਲੀਟੈਂਟ ਮੂਵਮੈਂਟ ਨੂੰ, ਕੀ ਉਹਨਾਂ ਦੀ ਕੰਟਰੀਬਿਊਸ਼ਨ, ਕੀ ਉਹਨਾਂ ਦੀ ਕੁਰਬਾਨੀ ਹੈ, ਮੈਨੂੰ ਦੱਸੋ ਨਾ, ਤਾਂ ਕਿ ਸਾਡੇ ਸਾਰੇ ਵੇਖਣ ਵਾਲੇ ਬਾਕੀ ਵੀ ਵੇਖਣ। ਘੱਟੋ ਘੱਟ ਮੈਨੂੰ ਤੇ ਕੋਈ ਨਹੀਂ ਲੱਗਦਾ। ਇਹ ਜ਼ਰੂਰੀ ਆ ਕਿ ਉੱਥੇ ਉਹਨਾਂ ਨੇ ਚੰਗੇ ਖਾਲਸਾਈ ਸਕੂਲ ਖੋਲ੍ਹੇ ਆ, ਇੱਕ ਕਾਲਜ ਖੋਲ੍ਹਣਾ ਸੀ, ਉਹਦੇ ਸ਼ਾਇਦ ਇਨੈਗੂਰੇਸ਼ਨ ਦੇ ਉੱਤੇ ਸਾਡੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੁਲਾਇਆ ਸੀ, ਉਹਨਾਂ ਨੇ ਸ਼ਾਇਦ ਕਿਤੇ ਵਿੱਲੀ ਨੀਲੀ ਨਾ ਵੀ ਹਾਂ ਵੀ ਕੀਤੀ ਹੋਵੇ, ਬਾਅਦ ਵਿੱਚ ਉਹ ਗਏ ਨਹੀਂ। ਉੱਥੇ ਇੱਕ ਬੈਂਕ ਖੋਲ੍ਹੀ ਹੋਈ ਆ ਖਾਲਸਾ ਕ੍ਰੈਡਿਟ ਯੂਨੀਅਨ, ਉਹ ਕਿਤੇ ਇੱਥੇ ਕਿਸੇ ਬੈਂਕ ਦੇ ਨਾਲ ਵੀ, ਇੰਡੀਆ ਦੀ ਬੈਂਕ ਨਾਲ ਵੀ ਲੈਣ ਦੇਣ ਸਾਰਾ ਕੁਝ ਹੈਗਾ। ਉਹ ਇੱਕ ਤਕੜੇ ਬਿਜ਼ਨਸਮੈਨ ਆ ਉੱਥੇ, ਉਹਨਾਂ ਦਾ ਤਕੜਾ ਬਿਜ਼ਨਸ ਆ। ਹੁਣ ਉਹ ਬਿਜ਼ਨਸ ਰਾਈਵਲਰੀ ਕਰਕੇ ਹੋਇਆ, ਸਿੱਖਾਂ ਦੇ ਲਈ ਕੁਝ ਲੜਦਿਆਂ ਹੋਇਆਂ ਕਿਸੇ ਬੰਦਿਆਂ ਨੇ, ਵਿਰੋਧੀਆਂ ਨੇ ਉਹਨਾਂ ਤੇ ਹਮਲਾ ਕੀਤਾ, ਜਾਂ ਕੋਈ ਆਪਸੀ ਕਿਸੇ ਨਾਲ ਨਿੱਜੀ ਵੈਰ ਆ, ਜਾਂ ਇਹ ਰਾਜਨੀਤਿਕ ਮਰਡਰ ਆ, ਜਾਂ ਕੋਈ ਕਿਸੇ ਬਿਜ਼ਨਸ ਦੀ ਰਿਵੈਲਰੀ ਕਰਕੇ ਕੋਈ ਹੈਗਾ ਆ। ਇਹ ਤੇ ਜਦ ਤੱਕ ਪੂਰੀ ਤਹਿਕੀਕਾਤ ਹੁੰਦੀ ਨਹੀਂ ਉਦੋਂ ਤੱਕ ਇਹ ਗੱਲ ਸਾਹਮਣੇ ਨਹੀਂ ਆਊਗੀ। ਪਰ ਕੋਈ ਵੀ ਮਰਡਰ ਆ ਸਾਨੂੰ ਅਫਸੋਸ ਹੁੰਦਾ, ਮਾੜਾ ਹੋਇਆ। ਜੇ ਕੋਈ ਮਾੜਾ ਕੰਮ ਕਰ ਹੀ ਰਿਹਾ ਤਾਂ ਉਸ ਦਾ ਮਰਡਰ ਤੇ ਕੋਈ ਨਹੀਂ ਆ, ਉਹਨੂੰ ਤੁਹਾਡੇ ਕੋਲ ਕੋਰਟਾਂ ਕਚਹਿਰੀਆਂ ਕਾਨੂੰਨ ਆ, ਕੈਨੇਡਾ ਦਾ ਵੀ ਕਾਨੂੰਨ ਆ, ਉੱਥੇ ਉਹਨਾਂ ਤੇ ਕੇਸ ਚੱਲਿਆ, ਨਹੀਂ ਪ੍ਰੂਵ ਹੋ ਸਕਿਆ, ਉਹ ਫ੍ਰੀ ਹੋ ਗਏ। ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਬੜੇ ਅਫਸੋਸ ਦੀ ਗੱਲ ਆ। ਔਰ ਸਭ ਤੋਂ ਵੱਡੀ ਮੈਨੂੰ ਹੋਰ ਵੀ ਜਿਹੜੀ ਡਰ ਆ ਜਿਸ ਗੱਲ ਦਾ, ਹੋਰ ਵੀ ਅਫਸੋਸ ਜਿੱਤੇ ਹੁੰਦਾ ਮੈਨੂੰ ਲੱਗਦਾ, ਉਹ ਇਹ ਗੱਲ ਹੋਊਗੀ ਕਿ ਜੇ ਉਹਨਾਂ ਦੇ ਮਰਡਰਰ ਕਾਤਿਲ ਪਕੜੇ ਨਾ ਜਾਣ ਔਰ ਇਸ ਦੀ ਜਿਹੜੀ ਗੁੰਝਲ ਆ ਉਹ ਖੁੱਲ੍ਹੇ ਨਾ ਲੋਕਾਂ ਸਾਹਮਣੇ ਆਏ ਨਾ, ਇਹ ਹੋਰ ਵੀ ਖਤਰਨਾਕ ਹੋਊਗਾ ਉੱਥੋਂ ਦੇ ਸਿਵਲ ਲਿਬਰਟੀਜ਼ ਲਈ, ਜਿਹੜੀਆਂ ਸ਼ਹਿਰੀ ਆਜ਼ਾਦੀਆਂ ਉਹਨਾਂ ਲਈ ਵੀ, ਅਤੇ ਆਮ ਲੋਕਾਂ ਲਈ ਵੀ। ਲਾਸਟ ਸਵਾਲ ਮੈਂ ਤੁਹਾਨੂੰ ਕਰਨਾ ਚਾਹਾਂਗਾ, ਜਿਹੜਾ ਉਹ ਦੌਰ ਸੀ ਉਸ ਪੰਜਾਬ ਦੇ ਦੌਰ ਨੂੰ ਅਸੀਂ ਪੜ੍ਹਿਆ ਹੈ, ਉਸ ਦੌਰ ਦੇ ਵਿੱਚ ਇੱਕ ਗੱਲ ਚੱਲਦੀ ਸੀ ਕਿ ਜੇ ਰਾਜ ਫੁੱਲਾਂ ਨਾਲ ਮਿਲਦਾ ਹੈ ਤਾਂ ਬਾਰਡਰਾਂ ਤੇ ਗੁਲਾਬ ਦੇ ਫੁੱਲਾਂ ਦੀ ਖੇਤੀ ਕਰਾ ਦਿਓ। ਹਥਿਆਰ ਨੂੰ ਕਿਉਂ ਪ੍ਰਮੋਟ ਕੀਤਾ ਗਿਆ, ਉਸ ਸਮੇਂ ਦਾ ਦੌਰ ਕੀ ਸੀ, ਉਸ ਲਹਿਜੇ ਦੇ ਵਿੱਚ ਇਹ ਸ਼ਬਦ ਵਰਤੇ ਕਿਉਂ ਗਏ? ਚੰਨੀ ਜੀ, ਰਾਜ ਕਰਨਾ, ਰਾਜ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਤੇ ਹੈ, ਪਰ ਰਾਜ ਕਾਹਦੇ ਲਈ ਕਰਨਾ? ਸੱਤਾ ਦੀ ਭੁੱਖ ਨੂੰ ਮਿਟਾਉਣ ਲਈ ਹਾਬੜੇ ਹੋਏ ਆ ਤੁਸੀਂ। ਅਸੀਂ ਕੋਈ ਹਿਟਲਰ ਤੇ ਹੈ ਨਹੀਂ, ਨਾ ਅਸੀਂ ਕੋਈ ਮਸੋਲੀਨੀ ਹੈਗੇ ਆ। ਤੁਸੀਂ ਕਾਹਦੇ ਲਈ ਕਰਨਾ ਰਾਜ? ਰਾਜ ਜੇ ਜਨਤਾ ਦੇ ਵਿੱਚ ਇੱਕ ਚੰਗਾ ਸਿਸਟਮ, ਚੰਗਾ ਸਿਹਤਮੰਦ, ਜਿੱਥੇ ਲੋਕਾਂ ਨੂੰ ਇਨਸਾਫ ਮਿਲੇ, ਉਹੋ ਜਿਹੀ ਗਵਰਨੈਂਸ ਲਿਆਉਣ ਲਈ ਕਰਨਾ, ਤਾਂ ਫਿਰ ਪਿਆਰ ਨਾਲੋਂ ਵੱਡਾ ਹਥਿਆਰ ਕੋਈ ਨਹੀਂ। ਇਹ ਕਿਉਂ ਨਹੀਂ ਲੋਕ ਸਮਝਦੇ? ਮੈਨੂੰ ਨਹੀਂ ਸਮਝ ਆਉਂਦੀ। ਤੁਸੀਂ ਜਿੱਥੇ ਪਿਆਰ ਨਾਲ ਗੱਲ ਕਰੋਗੇ, ਲੜਾਈ ਨਾਲ ਨਹੀਂ ਕੁਛ ਦੁਨੀਆ 'ਚ ਹੁੰਦਾ। ਲੜਾਈਆਂ ਕਰੀ ਚਲੋ, ਵੱਢ ਟੁੱਕ ਹੋ ਜੂਗੀ, ਜਿਹੜਾ ਤਗੜਾ ਉਹ ਜਿੱਤ ਗਿਆ, ਉਹੀ ਕੰਮ ਉਹ ਕਰੂ ਜਿਹੜਾ ਪਹਿਲਾਂ ਕਰ ਰਿਹਾ ਸੀ। ਇਸ ਲਈ ਮੇਰੀ ਲੜਾਈ ਦਾ ਤਰੀਕਾ ਸਮਝ, ਸੋਚ, ਲੋਕਾਂ ਨੂੰ ਨਾਲ ਲੈ ਕੇ ਚੱਲਣਾ, ਉਹਨਾਂ ਨੂੰ ਰਾਜਨੀਤਿਕ ਚੇਤਨਾ ਦੇਣੀ, ਉਹਨਾਂ ਦਾ ਭਰੋਸਾ ਲੈ ਕੇ ਚੱਲਣਾ, ਨਾਲ ਲੈ ਕੇ ਨਹੀਂ ਚੱਲਣਾ, ਲੋਕਾਂ ਨੂੰ ਅੱਗੇ ਲੈ ਕੇ ਚੱਲਣਾ। ਅਸੀਂ ਪਿੱਛੇ ਰਹਿਣਾ, ਜਿਨ੍ਹਾਂ ਨੇ ਗਾਈਡ ਕਰਨਾ ਉਹਨਾਂ ਨੇ ਪਿੱਛੇ ਰਹਿਣਾ। ਇਹ ਕੋਈ ਇੰਜਣ ਨਹੀਂ ਹੈ ਕਿ ਲੋਕ ਸਾਡੇ ਡੱਬੇ ਆ ਤੇ ਅਸੀਂ ਖਿੱਚ ਕੇ ਲਿਜਾਣਾ। ਲੋਕ ਸਾਡੇ ਇੰਜਣ ਆ, ਉਹ ਜਿੱਥੇ ਤੱਕ ਸਾਨੂੰ ਲਿਜਾਣਾ ਚਾਹਣਗੇ ਅਸੀਂ ਉਹਨਾਂ ਦੇ ਨਾਲ ਚੱਲਾਂਗੇ। ਪਰ ਕਿਉਂਕਿ ਅਸੀਂ ਸਮਾਜ ਨੂੰ ਸੁਹਿਰਦ, ਸੋਚ ਵਾਲਾ ਤੇ ਪਿਆਰ ਭਰਿਆ ਬਣਾਉਣਾ, ਜਿੱਥੇ ਸਾਰਿਆਂ ਨੂੰ ਇੱਕ ਦੂਜੇ ਨਾਲ ਮਿਲ ਕੇ ਨਿੱਘਾਪਣ ਲੱਗੇ, ਜੋ ਕਿ ਸਮਾਜ 'ਚੋਂ ਸਾਰੀਆਂ ਕਦਰਾਂ ਕੀਮਤਾਂ ਟੁੱਟਦੀਆਂ ਜਾਂਦੀਆਂ, ਜਿਹਦਾ ਸਾਡੇ ਨਾਲ ਸਾਨੂੰ ਵੀ ਸੇਕ ਲੱਗਦਾ ਰੋਜ਼ਮर्रा ਦੇ ਜੀਵਨ ਦੇ ਵਿੱਚ। ਤਾਂ ਫਿਰ ਜ਼ਰੂਰੀ ਹੈ ਕਿ ਜਦੋਂ ਅਸੀਂ ਚੱਲਣਾ, ਰਸਤਾ ਜਿਹੜਾ ਕਰਨਾ ਉਹ ਵੀ ਉਹੋ ਜਿਹਾ ਹੋਵੇ। ਇਹ ਨਹੀਂ ਕਿ ਮੰਜ਼ਿਲ 'ਤੇ ਇੱਕ ਵਾਰੀ ਮੈਨੂੰ ਵੋਟਾਂ ਪਾ ਦਿਓ ਫਿਰ ਮੈਂ ਸਾਰੇ ਵੇਖੋ ਹਰਾ ਨਾ ਕਰਤਾ, ਉਹ ਕਦੀ ਨਹੀਂ ਹੁੰਦਾ। ਜਿਹੜੀ ਮੰਜ਼ਿਲ ਆ ਉਹ ਉਹੋ ਜਿਹੀ ਮਿਲੂਗੀ ਜਿਹੋ ਜਿਹਾ ਤੁਸੀਂ ਰਸਤਾ ਲਓਗੇ। ਅਤੇ ਜੇ ਰਸਤਾ ਚੰਗਾ ਆ, ਪਿਆਰ ਵਾਲਾ, ਸਤਿਕਾਰ ਵਾਲਾ, ਏਕੇ ਵਾਲਾ, ਇੱਕ ਦੂਜੇ ਦੇ ਭਰੋਸੇ ਵਾਲਾ, ਜੋ ਫਿਰ ਮੈਂ ਕਹੂੰਗਾ ਸਿੰਘੂ ਟਿੱਕਰੀ ਬਾਰਡਰ 'ਤੇ ਕਿਸਾਨਾਂ ਨੇ ਕਰਕੇ ਦਿਖਾਇਆ, ਤਾਂ ਫਿਰ ਉਹਦੇ ਰਿਜ਼ਲਟ ਵੀ ਚੰਗੇ ਨਿਕਲਣਗੇ। ਅਤੇ ਉਹ ਸਮਾਜ ਜਿਸ ਦਾ ਤੁਸੀਂ
ਕਹਿੰਦੇ ਆ ਕਿ ਸਾਡਾ ਆਹ ਮਕਸਦ ਹੈ, ਇਸ ਤਰ੍ਹਾਂ ਦੀ ਗਵਰਨੈਂਸ ਚਾਹੁੰਦੇ ਹਾਂ ਅਸੀਂ, ਇਸ ਤਰ੍ਹਾਂ ਦਾ ਰਾਜ ਚਾਹੁੰਦੇ ਹਾਂ, ਉਹਦੇ ਵਿੱਚ ਵੀ ਤੁਸੀਂ ਸਰਟਨਲੀ ਹਰ ਹਾਲਤ ਕਾਮਯਾਬ ਹੋ। ਠੀਕ ਹੈ ਪ੍ਰੋਫੈਸਰ ਸਾਹਿਬ, ਤੁਹਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸੋ ਪ੍ਰੋਫੈਸਰ ਮਨਜੀਤ ਸਿੰਘ ਨੇ ਸਿੱਧੇ ਤੌਰ ਤੇ ਦੱਸਿਆ ਕਿ ਰਿਪੁਦਮਨ ਸਿੰਘ ਮਲਿਕ ਦਾ ਜੋ ਕੀ ਇਖਤਿਆਰ ਸੀ, ਉਹ ਲਹਿਰ ਕੀ ਸੀ, ਉਸ ਬਾਰੇ ਵੀ ਅਸੀਂ ਗੱਲਬਾਤ ਕੀਤੀ ਹੈ ਤੇ ਉਹ ਲਹਿਰਾਂ ਕਾਮਯਾਬ ਕਿਉਂ ਨਹੀਂ ਹੋਈਆਂ ਉਸ ਬਾਰੇ ਵੀ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸਾਨੀ ਸੰਘਰਸ਼ ਜੋ ਹੋਇਆ ਉਸਨੇ ਹਰ ਇੱਕ ਦਾ ਦਿਲ ਜਿੱਤਿਆ। ਪੀਸਫੁਲ ਪ੍ਰੋਟੈਸਟ ਹਮੇਸ਼ਾ ਜ਼ਿੰਦਗੀ ਦੇ ਵਿੱਚ ਹੀ ਨਹੀਂ ਦੁਨੀਆ ਦੇ ਵਿੱਚ ਕਾਮਯਾਬ ਹੁੰਦੇ ਨੇ। ਤੇ ਹੁਣ ਇਹਨਾਂ ਸ਼ਬਦਾਂ ਦੇ ਨਾਲ ਤੁਸੀਂ ਕਿੰਨੀ ਕੁ ਸਹਿਮਤੀ ਪ੍ਰਗਟ ਕਰਦੇ ਹੋ, ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਦੇ ਸਕਦੇ ਹੋ। ਤੇ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਟੁਡੇ।